ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਆਸ, ਗੋਬਿੰਦ ਦਾਸ ਤੁਹਾਰ। ਬਾਹੇ ਗਹੇ ਕੀ ਲਾਜ ਆਸ, ਗੋਬਿੰਦ ਦਾਸ ਤੁਹਾਰ। ਗੁਰ ਗੋਪਾਲ ਗੋਬਿੰਦ ਗੁਰ, ਗੁਰ ਪੂਰਨ ਨਾਰਾਇਣ, ਗੁਰ ਦਿਆਲ ਸਮਰੱਥ ਗੁਰ, ਗੁਰੂ ਨਾਨਕ ਪਤਿਤ ਉਦਾਹਰਣ, ਗੁਰ ਦਿਆਲ ਸਮਰੱਥ ਗੁਰ, ਗੁਰੂ ਨਾਨਕ ਪਤਿਤ ਉਦਾਹਰਣ। ਕੱਚੋਂ ਕੰਚਨ ਭਇਓ, ਸ਼ਬਦ ਗੁਰ ਸ਼ਰਵਣੈ ਸੁਣਿਓ, ਬਿਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਪਣਿਓ, ਲੋ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੇ, ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ਼ ਪ੍ਰੇਤ ਸੁਰ ਨਰ ਭਏ, ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ਼ ਪ੍ਰੇਤ ਸੁਰ ਨਰ ਭਏ, ਬਲਿਹਾਰੀ ਗੁਰ ਆਪਣੈ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ, ਤੇਰੇ ਕਵਨ ਕਵਨ ਗੁਣ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ, ਤੁਮਰੀ ਮਹਿਮਾ ਬਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੀ ਜੋਤ, ਭਗਤ ਵਚਲ ਪਰਉਪਕਾਰੀ ਸਤਿਗੁਰੂ ਪਰਮੇਸ਼ਰ ਰੂਪ
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿਖੇ ਰਾਤਰੀ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਨਮਾਨ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ, ਗੁਰੂ ਸਾਹਿਬ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਨੇ। ਸਾਨੂੰ ਆਪਣੀ ਪਾਵਨ ਸੁਭਾਗੀ ਅੰਮ੍ਰਿਤਮਈ ਹਜ਼ੂਰੀ ਦੀ ਦਾਤ, ਗੋਦ ਦੀ ਦਾਤ ਬਖਸ਼ੀ ਔਰ ਗੁਰੂ ਕੀ ਗੋਦ ਦਾ ਆਨੰਦ ਮਾਣਦੇ ਹੋਏ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਪਾਵਨ ਬਾਣੀ ਦੇ ਕੀਰਤਨ ਆਪ ਜੀ ਨੇ ਸ਼ਰਵਣ ਕੀਤੇ ਨੇ। ਦੋ ਸ਼ਬਦ ਭਾਈ ਸਾਹਿਬ ਜੀ ਨੇ ਆਪ ਜੀ ਦੇ ਨਾਲ ਕੀਰਤਨ ਰੂਪ 'ਚ ਸਾਂਝੇ ਕੀਤੇ। ਪ੍ਰਥਮ ਗੋਬਿੰਦ ਹਮ ਐਸੇ ਅਪਰਾਧੀ। ਗੋਬਿੰਦ ਮਤਲਬ ਅਕਾਲ ਪੁਰਖ ਵਾਹਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਜੀ 'ਚ ਬਹੁਤ ਵਾਰ ਗੋਬਿੰਦ ਸ਼ਬਦ ਆਇਆ ਹੈ ਔਰ ਇਹਦਾ ਇਹ ਨੁਕਤਾ ਜ਼ਰੂਰ ਚੇਤੇ ਰੱਖਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ 'ਚ ਜਿੰਨੀ ਵਾਰ ਵੀ ਗੋਬਿੰਦ ਸ਼ਬਦ ਆਇਆ ਹੈ ਉਹ ਅਕਾਲ ਪੁਰਖ ਦੇ ਲਈ ਆਇਆ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਲਈ ਨਹੀਂ ਆਈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਕਾਲ ਤੋਂ ਪਹਿਲਾਂ ਉਚਾਰਨ ਕੀਤੀ ਗਈ ਹੈ ਔਰ ਇਹ ਸ਼ਬਦ ਭਗਤ ਕਬੀਰ ਜੀ ਦਾ ਹੈ। ਔਰ ਕਬੀਰ ਸਾਹਿਬ ਕਹਿੰਦੇ ਨੇ, ਗੋਬਿੰਦ ਹੈ ਅਕਾਲ ਪੁਰਖ ਵਾਹਿਗੁਰੂ ਜੀ ਪਰਮੇਸ਼ਰ ਜੀ, ਹਮ ਐਸੇ ਅਪਰਾਧੀ, ਅਸੀਂ ਅਪਰਾਧੀ ਹਾਂ, ਗੁਨਾਹਗਾਰ ਹਾਂ। ਔਰ ਕਿਸ ਤਰ੍ਹਾਂ ਦੇ ਗੁਨਾਹਗਾਰ ਹਾਂ? ਐਸੇ ਇੱਦਾਂ ਦੇ ਗੁਨਾਹਗਾਰ ਹਾਂ ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਜਿਹੜੇ ਦਾਤੇ ਨੇ ਸਰੀਰ ਦਿੱਤਾ, ਜੀਵਨ ਦਿੱਤਾ, ਸਰੀਰ ਨੂੰ ਜਿਉਂਦਿਆਂ ਰੱਖਣ ਵਾਲੀ ਅੰਦਰ ਆਤਮਾ ਰੂਪੀ ਜੋਤ ਜਿਨੇ ਬਖਸ਼ੀ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਉਸੇ ਰੱਬ ਦੀ ਅਸੀਂ ਭਗਤੀ ਨਹੀਂ ਕੀਤੀ, ਸ਼ੁਕਰਾਨਾ ਧੰਨਵਾਦ ਨਹੀਂ ਕੀਤਾ ਜਿਨੇ ਜੀਵਨ ਦਿੱਤਾ। ਧੰਨ ਗੁਰੂ ਅਮਰਦਾਸ ਸਾਹਿਬ ਆਨੰਦ ਸਾਹਿਬ ਅੰਦਰ ਸਾਨੂੰ ਕੀ ਕਹਿੰਦੇ ਨੇ? ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ। ਕੀ ਕੰਮ ਕੀਤਾ ਹੀ ਜਗਤ ਅੰਦਰ ਆ ਕੇ? ਕਿਆ ਤੁਧ ਕਰਮ ਕਮਾਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਹੜੇ ਵਾਹਿਗੁਰੂ ਨੇ ਤੇਰੀ ਰਚਨਾ ਰਚੀ, ਤੈਨੂੰ ਸਿਰਜਿਆ, ਤੈਨੂੰ ਬਣਾਇਆ, ਸੋ ਹਰ ਮਨ ਨਾ, ਉਸੇ ਨੂੰ ਭੁਲਾ ਦਿੱਤਾ, ਉਸੇ ਨੂੰ ਵਿਸਾਰ ਦਿੱਤਾ। ਤੇ ਕਬੀਰ ਸਾਹਿਬ ਕਹਿੰਦੇ ਫਿਰ ਉਹਨੂੰ ਵਿਸਾਰ ਦੇਣਾ ਇੱਕ ਅਪਰਾਧ ਹੈ। ਉਸ ਨਜ਼ਰੀਏ ਦੇ ਨਾਲ ਅਸੀਂ ਅਪਰਾਧੀ ਹਾਂ। ਗੋਬਿੰਦ ਹਮ ਐਸੇ ਅਪਰਾਧੀ। ਇਹ ਤੋਂ ਬਾਅਦ ਦੂਜਾ ਸ਼ਬਦ ਮਾਧੋ ਹਮ ਐਸੇ ਤੂੰ ਐਸਾ। ਸਾਰੇ ਸ਼ਬਦ ਅੰਦਰ ਆਪਣੇ ਅਵਗੁਣਾਂ ਨੂੰ ਖੁੱਲ੍ਹ ਕੇ ਬਿਆਨ ਕੀਤਾ ਗਿਆ, ਵਾਹਿਗੁਰੂ ਦੇ ਗੁਣਾਂ ਨੂੰ, ਵਡਿਆਈਆਂ ਨੂੰ ਖੁੱਲ੍ਹ ਕੇ ਬਿਆਨ ਕੀਤਾ ਗਿਆ। ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਨੀਕੋ ਮਤਲਬ ਸੋਹਣਾ। ਧਨ ਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਮਹਾਰਾਜ ਨੀਕੋ ਠਾਕੁਰ ਦੇਸਾ, ਜਿੱਥੇ ਤੁਸੀਂ ਵਸਦੇ ਹੋ ਬਹੁਤ ਸੋਹਣੀ ਉਹ ਜਗ੍ਹਾ ਹੈ। ਅਸੀਂ ਪਾਪੀ ਹਾਂ, ਤੁਸੀਂ ਪਾਪੀਆਂ ਨੂੰ ਬਖਸ਼ਣ ਵਾਲੇ ਹੋ। ਸਾਰੇ ਸ਼ਬਦ ਅੰਦਰ ਇਸੇ ਤਰ੍ਹਾਂ ਦੋਵੇਂ ਪੱਖ ਆਪਣੇ ਅਵਗੁਣ, ਮਾਲਕ ਦੇ ਗੁਣ, ਮਾਲਕ ਦੀਆਂ ਵਡਿਆਈਆਂ, ਸਿਫਤ ਵਰਣਨ ਕੀਤੀ ਗਈ। ਸੋ ਬੜੇ ਪਿਆਰੇ ਇਹ ਸ਼ਬਦ ਕੀਰਤਨ ਰੂਪ 'ਚ ਆਪ ਜੀ ਨੇ ਆਨੰਦ ਮਾਣਿਆ ਇਹਨਾਂ ਬਚਨਾਂ ਦਾ। ਉਪਰੰਤ ਆਓ ਭਗਤ ਕਬੀਰ ਸਾਹਿਬ ਜੀ ਵੱਲੋਂ ਉਚਾਰਨ ਕੀਤੇ ਹੋਏ ਪਾਵਨ ਔਰ ਪਵਿੱਤਰ ਸਲੋਕਾਂ ਦੀ ਅਗਲੇਰੀ ਵਿਚਾਰ ਦੀ ਸਾਂਝ ਪਾਈਏ। ਵਿਚਾਰ ਦੀ ਲੜੀ ਆਰੰਭੀਏ। ਸਭ ਤੋਂ ਪਹਿਲਾਂ
ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਭਗਤ ਕਬੀਰ ਜੀ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ 154 ਸ਼ਲੋਕਾਂ ਤੱਕ ਦੀ ਵਿਚਾਰ ਪਿਛਲੀਆਂ ਦੀਵਾਨਾਂ 'ਚ ਆਪ ਜੀ ਨੇ ਸ਼ਰਵਣ ਕੀਤੀ ਹੈ ਔਰ ਮਿੱਥੇ ਹੋਏ ਸਮੇਂ 'ਚ ਅਸੀਂ ਅਗਲੇਰੇ ਕੁਝ ਸ਼ਲੋਕਾਂ ਦੀ ਵਿਚਾਰ ਦੀ ਸਾਂਝ ਪਾਵਾਂਗੇ। ਰੋਜ਼ਾਨਾ ਆਪਾਂ 4 ਜਾਂ 5 ਸ਼ਲੋਕਾਂ ਦੀ ਵਿਚਾਰ ਦੀ ਸਾਂਝ ਪਾਉਂਦੇ ਹਾਂ। ਕੱਲ੍ਹ ਜਿੱਥੋਂ ਵਿਚਾਰ ਨੂੰ ਸੰਕੋਚਿਆ ਸੀ, ਕਬੀਰ ਜੀ 154 ਨੰਬਰ ਸ਼ਲੋਕ 'ਚ ਉਹਨਾਂ ਨੇ ਇਹ ਵਿਚਾਰ ਦਿੱਤੀ ਕਿ ਇੱਕ ਮੈਂ ਬਹੁਤ ਹੈਰਾਨ ਕਰ ਦੇਣ ਵਾਲਾ ਕੌਤਕ ਵੇਖਿਆ ਹੈ। ਉਹ ਕੀ ਹੈ? ਹੀਰਾ ਹਾਟ ਬਕਾਏ। ਹੀਰਾ, ਜਿੰਨੀਆਂ ਧਾਤੂ ਨੇ, ਖਣਿਜ ਪਦਾਰਥ ਧਾਤੂ ਨੇ, ਉਹਨਾਂ 'ਚ ਸਭ ਤੋਂ ਕੀਮਤੀ ਧਾਤ ਹੈ ਹੀਰਾ। ਚਾਂਦੀ ਹੈ, ਗਹਿਣੇ ਬਣਦੇ ਨੇ, ਆਪਾਂ ਵਰਤਦੇ ਹਾਂ, ਪਰ ਸੋਨੇ ਦੇ ਸਾਹਮਣੇ ਚਾਂਦੀ ਦਾ ਜੋ ਸਟੈਂਡਰਡ ਹੈ ਬਹੁਤ ਨੀਵਾਂ ਹੈ। ਸੋਨਾ ਜ਼ਿਆਦਾ ਕੀਮਤੀ ਧਾਤ ਹੈ ਚਾਂਦੀ ਤੋਂ, ਔਰ ਸੋਨੇ ਤੋਂ ਵੀ ਜ਼ਿਆਦਾ ਕੀਮਤੀ ਧਾਤ ਹੈ ਹੀਰਾ। ਤੇ ਹੀਰਿਆਂ ਦੇ ਵਿੱਚ ਅੱਗੇ ਇੱਕ ਤੋਂ ਇੱਕ ਉੱਚ ਕੋਟੀ ਦੇ ਹੀਰੇ ਹਨ, ਬਹੁਤ, ਜਿਨ੍ਹਾਂ ਦੀ ਛੋਟੇ ਤੋਂ ਛੋਟਾ ਟੁਕੜਾ ਵੀ ਲੱਖਾਂ ਨਹੀਂ ਕਰੋੜਾਂ ਦੇ ਵਿੱਚ ਹੈ। ਛੋਟਾ ਜਿਹਾ ਟੁਕੜਾ ਵੀ, ਬਿਲਕੁਲ ਛੋਟਾ ਜਿਹਾ। ਹੁਣ ਕਬੀਰ ਸਾਹਿਬ ਕਹਿੰਦੇ ਹੈ ਹੀਰਾ, ਪਰ ਰੁਲਦਾ ਹੀ ਪਿਆ ਹੈ। ਹੀਰਾ ਹਾਟ ਬਿਕਾਏ। ਕਾਰਨ ਕੀ ਹੈ? ਬਣਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ। ਜਿਹੜੀ ਚੀਜ਼ ਦੀ ਡਿਮਾਂਡ ਨਹੀਂ ਹੈ, ਕੋਈ ਖਰੀਦਦਾਰ ਨਹੀਂ ਹੈ, ਜਿੰਨੀ ਮਰਜ਼ੀ ਕੀਮਤੀ ਚੀਜ਼ ਹੋਵੇ, ਕਈ ਵਾਰ ਕੀਮਤੀ ਤੋਂ ਕੀਮਤੀ ਚੀਜ਼ਾਂ ਵੀ ਰੁਲਦੀਆਂ ਨੇ, ਕਿਉਂਕਿ ਖਰੀਦਣ ਵਾਲਾ ਕੋਈ ਨਹੀਂ ਹੈ, ਖਰੀਦਦਾਰ ਕੋਈ ਨਹੀਂ ਹੈ। ਤੇ ਕਬੀਰ ਸਾਹਿਬ ਕਹਿੰਦੇ ਇਹ ਅਚੰਭੋ, ਇਹ ਹੈਰਾਨ ਕਰ ਦੇਣ ਵਾਲਾ ਕੌਤਕ ਅਸੀਂ ਵੇਖਿਆ ਹੈ। ਮਨੁੱਖਾ ਜੀਵਨ ਤਾਂ ਬਹੁਤ ਕੀਮਤੀ ਹੈ, ਪਰ ਰੁਲ ਰਿਹਾ ਹੈ। ਇਹਦੀ ਕੀਮਤ ਦਾ ਮਨੁੱਖ ਨੂੰ ਪਤਾ ਨਹੀਂ ਹੈ, ਇਹਨੂੰ ਸਮਝ ਨਹੀਂ ਹੈ, ਇਹਨੂੰ ਸਫਲ ਕਿੱਦਾਂ ਬਣਾਉਣਾ ਹੈ। ਤੇ ਇਹ ਦਿਨ ਰਾਤ ਵਿਸ਼ਿਆਂ ਵਿਕਾਰਾਂ ਦੀਆਂ ਠੋਕਰਾਂ ਦੇ ਵਿੱਚ ਜੀਵਨ ਬਰਬਾਦ ਹੋ ਰਹੇ ਨੇ, ਹੀਰੇ ਰੁਲ ਰਹੇ ਹਨ। ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਇਦੋਂ ਅੱਗੇ ਅੱਜ 155 ਨੰਬਰ ਸ਼ਲੋਕ ਅੰਦਰ ਕਬੀਰ ਜੀ ਫਰਮਾਨ ਕਰਦੇ, ਕਬੀਰਾ ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤਹਿ ਪਾਪ। ਜਿੱਥੇ ਗਿਆਨ ਹੈ ਉੱਥੇ ਧਰਮ ਹੈ। ਗਿਆਨ ਹੋਣਾ ਜ਼ਰੂਰੀ ਹੈ। ਵੈਸੇ ਤੇ ਗੁਰੂ ਨਾਨਕ ਮਹਾਰਾਜ ਨੇ ਇਹ ਵੀ ਕਿਹਾ ਹੈ ਕਿ ਕੇਵਲ ਗਿਆਨ ਹੀ ਨਹੀਂ, ਦਇਆ ਹੋਣੀ ਵੀ ਜ਼ਰੂਰੀ ਹੈ। ਦਇਆ 'ਚੋਂ ਧਰਮ ਦੀ ਉਤਪਤੀ ਹੈ। ਜਪਜੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਧੌਲ ਧਰਮ ਦਇਆ ਕਾ ਪੂਤ। ਦਇਆ 'ਚੋਂ ਧਰਮ ਦੀ ਉਤਪਤੀ। ਕਬੀਰ ਸਾਹਿਬ ਕਹਿੰਦੇ ਜੇ ਗਿਆਨ ਹੈ ਤੇ ਧਰਮ ਹੈ। ਗਿਆਨ ਦਾ ਮਤਲਬ ਹੈ ਸਮਝ, ਸੂਝ ਬੂਝਤਾ। ਜੇ ਸਮਝ ਨਹੀਂ ਹੈ, ਸੂਝ ਬੂਝਤਾ ਨਹੀਂ ਹੈ, ਤੇ ਮਨੁੱਖ ਧਰਮ ਨਹੀਂ ਕਮਾ ਸਕਦਾ ਹੈ। ਧਰਮ ਸ਼ਬਦ ਵੇਖੋ ਬਹੁਤ ਅਰਥਾਂ ਵਾਲਾ ਇਹ ਸ਼ਬਦ ਹੈ, ਬੜੇ ਇਹਦੇ ਅਰਥ ਹਨ। ਔਰ ਪਰਮੇਸ਼ਰ ਦੇ ਮਾਰਗ 'ਤੇ ਚੱਲਣਾ, ਅਧਿਆਤਮਕ ਰਸਤੇ 'ਤੇ ਚੱਲਣਾ, ਇਹਨੂੰ ਆਪਾਂ ਕਹਿੰਦੇ ਹਾਂ ਧਰਮ ਕਮਾਉਣਾ। ਵੈਸੇ ਧਰਮ ਦਾ ਇਹ ਮਤਲਬ ਵੀ ਹੈ ਜ਼ਿੰਮੇਵਾਰ ਬਣਨਾ। ਧਰਮ ਦਾ ਮਤਲਬ ਫਰਜ਼ ਵੀ ਹੈ, ਧਰਮ ਦਾ ਮਤਲਬ ਨਿਯਮ ਵੀ ਹੈ। ਹਰ ਚੀਜ਼ ਦੇ ਆਪਣੇ ਆਪਣੇ ਫਰਜ਼ ਹਨ। ਹਰ ਮਨੁੱਖ ਦੇ ਮਾਤਾ ਪਿਤਾ ਦੇ ਪ੍ਰਤੀ ਜਿਹੜਾ ਫਰਜ਼ ਹੈ ਉਹ ਇੱਕ ਧਰਮ ਹੈ ਕਿ ਮਾਤਾ ਪਿਤਾ ਬਜ਼ੁਰਗਾਂ ਦੀ, ਵੱਡਿਆਂ ਦੀ ਸੇਵਾ ਕਰਨੀ, ਅਦਬ ਕਰਨਾ। ਇਸੇ ਤਰ੍ਹਾਂ ਸਮਾਜ ਪ੍ਰਤੀ ਜਿਹੜੀ ਜ਼ਿੰਮੇਵਾਰੀਆਂ ਨੇ ਉਹ ਵੀ ਇੱਕ ਧਰਮ ਹੈ, ਫਰਜ਼ ਹੈ ਮਨੁੱਖ ਦਾ। ਇੱਕ ਧਰਮ ਹੈ ਅਧਿਆਤਮਕਤਾ ਦੇ ਨਾਲ ਜਿਹਦਾ ਸੰਬੰਧ ਹੈ। ਹੁਣ ਕਬੀਰ ਸਾਹਿਬ ਕਹਿੰਦੇ ਧਰਮ ਉਹ ਮਨੁੱਖ ਕਮਾ ਸਕਦਾ ਹੈ ਜਿਹਦੇ ਕੋਲ ਗਿਆਨ ਹੈ, ਕਿਉਂਕਿ ਗਿਆਨ ਤੋਂ ਧਰਮ ਦੀ ਉਤਪਤੀ ਹੈ।
ਜਿਹਨੂੰ ਇਹ ਨਹੀਂ ਪਤਾ ਮੇਰੇ ਜੀਵਨ ਦੀ ਕੀਮਤ ਕੀ ਹੈ, ਜਿਹਦਾ ਕੀਮਤੀ ਜੀਵਨ ਕਿਹਦਾ ਕੌਡੀਆਂ ਦੇ ਭਾਅ 'ਤੇ ਰੁਲੇਗਾ, ਜਿਹਨੂੰ ਕੀਮਤ ਪਤਾ ਨਹੀਂ ਹੈ। ਜੇ ਪਤਾ ਹੈ ਇਹ ਹੀਰਾ ਹੈ, ਇਹ ਕੀਮਤੀ ਚੀਜ਼ ਹੈ। ਚੀਜ਼ਾਂ ਕਿਹੜੀਆਂ ਰੁਲਦੀਆਂ ਨੇ? ਜਿਨ੍ਹਾਂ ਦੀ ਜਾਂ ਤੇ ਕੀਮਤ ਨਾ ਹੋਵੇ ਜਾਂ ਕੀਮਤ ਦਾ ਮੁੱਲ ਦਾ ਪਤਾ ਨਾ ਹੋਵੇ। ਕੋਹਿਨੂਰ ਹੀਰਾ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਹੈ। ਪਰ ਆਰੰਭ ਦੇ ਵਿੱਚ ਜਦੋਂ ਇਹ ਇੱਕ ਕਿਸਾਨ ਨੂੰ ਮਿਲਿਆ ਸੀ, ਜ਼ਿਮੀਂਦਾਰ ਨੂੰ, ਤੇ ਉਹ ਬੱਚੇ ਇੱਦਾਂ ਹੀ ਖੇਡਦੇ ਸਨ, ਕਿਉਂਕਿ ਪਤਾ ਹੀ ਨਹੀਂ ਸੀ ਕਿ ਇਹ ਬੜਾ ਕੀਮਤੀ ਹੀਰਾ। ਉਹ ਤੇ ਕਿਸੇ ਪਾਰਖੂ ਦੀ ਨਜ਼ਰ ਪਈ, ਫਿਰ ਪਤਾ ਲੱਗਿਆ ਇਹ ਕੋਈ ਸਧਾਰਨ ਚੀਜ਼ ਨਹੀਂ ਹੈ, ਤੇ ਬਹੁਤ ਕੀਮਤੀ। ਤੇ ਫਿਰ ਅੱਗੇ ਚੱਲ ਕੇ ਇਹ ਸਾਬਤ ਹੋ ਗਿਆ ਇਹ ਤੇ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਹੈ। ਜਦੋਂ ਕੀਮਤ ਨਹੀਂ ਪਤਾ ਸੀ ਉਦੋਂ ਨਜ਼ਰੀਆ ਕੁਝ ਹੋਰ, ਜਦੋਂ ਕੀਮਤ ਦਾ ਪਤਾ ਲੱਗਦਾ ਹੈ ਫਿਰ ਨਜ਼ਰੀਆ ਬਦਲ ਜਾਂਦਾ ਹੈ। ਜਿਵੇਂ ਆਪਾਂ ਗੁਰੂ ਨਾਨਕ ਮਹਾਰਾਜ ਜੀ ਦੇ ਜੀਵਨ ਦੀ ਇੱਕ ਦੀਪਾਲਪੁਰ ਦੀ ਘਟਨਾ ਕਈ ਵਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਉੱਥੇ ਇੱਕ ਕੋਹੜ ਦਾ ਰੋਗੀ ਸੀ। ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਉਹ ਤੰਦਰੁਸਤ ਹੋਇਆ। ਸਤਿਗੁਰੂ ਨੇ ਉੱਥੇ ਸ਼ਬਦ ਉਚਾਰਨ ਕੀਤਾ ਸੀ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਵਿਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਇਤਿਹਾਸ ਇਹ ਕਹਿੰਦਾ ਹੈ ਕਿ ਪ੍ਰਥਮ ਜਦੋਂ ਗੁਰੂ ਨਾਨਕ ਜੀ ਇੱਥੇ ਗਏ, ਭਾਈ ਮਰਦਾਨਾ ਜੀ ਨਾਲ, ਗੁਰੂ ਨਾਨਕ ਸਾਹਿਬ ਦੇ ਸਾਥੀ, ਔਰ ਨਗਰ ਵਾਲਿਆਂ ਨੇ ਇਨਕਾਰ ਕਰ ਦਿੱਤਾ, ਜੀ ਇੱਥੇ ਰਹਿਣ ਦੇ ਲਈ ਕੋਈ ਥਾਂ ਨਹੀਂ ਹੈ, ਤੁਸੀਂ ਅੱਗੇ ਕਿਸੇ ਹੋਰ ਜਗ੍ਹਾ 'ਤੇ ਚਲੇ ਜਾਓ। ਰਾਤ ਕੱਟਣ ਦੀ ਜਗ੍ਹਾ ਨਹੀਂ ਦਿੱਤੀ ਗਈ। ਗੁਰੂ ਨਾਨਕ ਮਹਾਰਾਜ ਤੇ ਭਾਈ ਮਰਦਾਨਾ ਜੀ ਨਗਰ ਤੋਂ ਬਾਹਰ, ਉਹ ਜਿੱਥੇ ਕੋੜੀ ਦੀ ਝੁੱਗੀ ਸੀ ਉਹਦੇ ਕੋਲ ਦਰਖਤ ਦੇ ਹੇਠਾਂ ਰੁਕੇ। ਕੋੜੀ ਦਾ ਪਤਾ ਲੱਗਿਆ, ਮਹਾਰਾਜ ਨੇ ਕਿਰਪਾ ਕੀਤੀ, ਉਹਨੂੰ ਤੰਦਰੁਸਤੀ ਮਿਲੀ। ਕਰੀਬਨ 2 ਮਹੀਨੇ ਗੁਰੂ ਨਾਨਕ ਬਾਬਾ ਜੀ ਉੱਥੇ ਰਹੇ। ਹੁਣ ਉਹ ਕੋੜੀ ਜਦੋਂ ਤੰਦਰੁਸਤ ਹੋ ਗਿਆ, ਜਿਹੜੇ ਪਿੰਡ ਵਾਲਿਆਂ ਨੇ ਗੁਰੂ ਨਾਨਕ ਜੀ ਨੂੰ ਕਿਹਾ ਸੀ ਜੀ ਨਹੀਂ ਇੱਥੇ ਰੁਕਣ ਦੀ ਕੋਈ ਜਗ੍ਹਾ ਨਹੀਂ ਹੈ, ਹੁਣ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਤੇ ਬੜੇ ਵੱਡੇ ਫਕੀਰ ਨੇ, ਰੱਬ ਤੱਕ ਪਹੁੰਚੇ ਹੋਏ ਨੇ, ਉਹ ਤੇ ਲਾ ਇਲਾਜ ਬਿਮਾਰੀਆਂ ਵਾਲਿਆਂ ਦਾ ਵੀ ਇਲਾਜ ਕਰਨ ਦੇ ਸਮਰੱਥ ਹਨ। ਤੇ ਹੁਣ ਲੋਕ ਇਕੱਠੇ ਹੋਏ ਗੁਰੂ ਨਾਨਕ ਮਹਾਰਾਜ ਦੇ ਕੋਲ ਆਏ, ਬਾਬਾ ਜੀ ਤੁਸੀਂ ਇੱਥੇ ਕਿਉਂ ਰੁਕੇ ਹੋ, ਆਓ ਨਗਰ ਦੇ ਵਿੱਚ ਸੋਹਣੇ ਮਹਿਲਾਂ ਦੇ ਵਿੱਚ ਨਿਵਾਸ ਕਰੋ, ਉੱਥੇ ਬਿਰਾਜਮਾਨ ਹੋਵੋ। ਹੁਣ ਵੇਖੋ ਲੋਕ ਉਹੀ ਨੇ, ਗੁਰੂ ਨਾਨਕ ਮਹਾਰਾਜ ਵੀ ਉਹੀ ਨੇ। ਬਦਲਿਆ ਕੀ ਹੈ? ਨਜ਼ਰੀਆ ਬਦਲਿਆ ਹੈ। ਨਜ਼ਰੀਆ ਇਹ ਭਾਵੇਂ ਸਵਾਰਥ ਕਰਕੇ ਬਦਲਿਆ ਕਿ ਇਹ ਤੇ ਬੜੇ ਸਮਰੱਥਾ ਵਾਲੇ ਨੇ, ਅੱਜ ਉਹ ਕੋੜੀ ਨੂੰ ਇਹਨਾਂ ਨੇ ਤੰਦਰੁਸਤੀ ਬਖਸ਼ੀ ਆ, ਕੱਲ੍ਹ ਨੂੰ ਸਾਨੂੰ ਵੀ ਵੱਖ-ਵੱਖ ਰੋਗਾਂ ਤੋਂ ਤੰਦਰੁਸਤੀ ਬਖਸ਼ਣਗੇ, ਸੁੱਖ ਦੇਣਗੇ। ਪਰ ਜਦੋਂ ਵੈਲਿਊ ਕੀਮਤ ਪਤਾ ਨਹੀਂ ਸੀ, ਉਦੋਂ ਉਹਨਾਂ ਲੋਕਾਂ ਦਾ ਨਜ਼ਰੀਆ ਤੇ ਬਿਹੇਵ ਕੁਝ ਹੋਰ ਸੀ। ਜਦੋਂ ਪਤਾ ਲੱਗ ਗਿਆ ਉਦੋਂ ਫਿਰ ਉਹਨਾਂ ਦਾ ਨਜ਼ਰੀਆ ਬਦਲ ਗਿਆ। ਹੁਣ ਹੱਥ ਜੋੜ ਰਹੇ ਹਨ, ਹੁਣ ਅੱਗੇ ਝੁਕ ਰਹੇ ਹਨ, ਹੁਣ ਬੇਨਤੀਆਂ ਕਰ ਰਹੇ ਨੇ, ਮਹਾਰਾਜ ਆਵੋ ਨਗਰ ਦੇ ਵਿੱਚ ਨਿਵਾਸ ਕਰੋ। ਪਹਿਲਾਂ ਕਹਿੰਦੇ ਸਨ ਨਾ ਜੀ ਨਾ, ਇੱਥੇ ਕੋਈ ਰੁਕਣ ਦੀ ਜਗ੍ਹਾ ਨਹੀਂ ਹੈ, ਤੁਸੀਂ ਚਲੇ ਜਾਓ। ਉਹ ਹੁਣ ਫਰਕ ਕਿਵੇਂ ਪਿਆ? ਜਦੋਂ ਗਿਆਨ ਹੋਇਆ, ਜਦੋਂ ਸਮਝ ਪਈ। ਅਕਸਰ ਸਾਡੇ ਨਾਲ ਵੀ ਇੱਦਾਂ ਹੁੰਦਾ ਹੈ, ਆਪਾਂ ਕਿਸੇ ਨੂੰ ਪਛਾਣਦੇ ਨਹੀਂ ਆ, ਬੜੇ ਰੁੱਖੇ ਰਵੱਈਏ ਦੇ ਨਾਲ ਉਹਦੇ ਨਾਲ ਗੱਲ ਕਰਦੇ ਹਾਂ, ਪਰ ਬਾਅਦ 'ਚ ਜਦੋਂ ਸਾਨੂੰ ਪਤਾ ਲੱਗਦਾ ਉਹ ਤਾਂ ਬੜਾ ਖਾਸ ਬੰਦਾ ਸੀ, ਫਿਰ ਅਸੀਂ ਸਾਡਾ ਨਜ਼ਰੀਆ, ਸਾਡਾ ਰਵੱਈਆ, ਸਾਡਾ ਬੋਲ ਚਾਲ ਢੰਗ ਤਰੀਕਾ ਇੱਕਦਮ ਬਦਲ ਜਾਂਦਾ ਹੈ, ਚੇਂਜ ਹੁੰਦਾ ਹੈ। ਜਿੰਨੀ ਦੇਰ ਗਿਆਨ ਨਹੀਂ ਆ ਉਨੀ ਦੇਰ ਤੱਕ ਵਿਹਾਰ ਕੁਝ ਹੋਰ ਹੈ। ਕਬੀਰ ਸਾਹਿਬ ਕਹਿੰਦੇ ਜੇ ਮਨੁੱਖ ਨੂੰ ਪਤਾ ਹੀ ਨਹੀਂ ਹੈ ਕਿ ਧਰਮ ਕਮਾਉਣਾ ਜੀਵਨ ਦੇ ਲਈ ਜ਼ਰੂਰੀ ਹੈ, ਬੰਦਾ ਕਿੱਦਾਂ ਧਰਮ ਕਮਾਏਗਾ? ਜੇ ਉਹਨੂੰ ਪਤਾ ਹੀ ਨਹੀਂ ਹੈ ਪਰਮਾਤਮਾ ਦੀ ਇਬਾਦਤ ਬੰਦਗੀ ਜ਼ਿੰਦਗੀ ਦੇ ਲਈ ਜ਼ਰੂਰੀ ਹੈ, ਉਹ ਕਿਉਂ ਬੰਦਗੀ ਕਰੇਗਾ? ਕਿਉਂਕਿ ਸਾਡਾ ਇਹ ਵੀ ਇੱਕ ਸੁਭਾਅ ਹੈ, ਮਨੁੱਖ ਕਰਮ ਅਸੀਂ ਉਹ ਕਰਦੇ ਹਾਂ ਜਿਹੜੇ ਕੰਮ ਦੇ ਵਿੱਚ ਸਾਨੂੰ ਪ੍ਰੋਫਿਟ, ਸਾਨੂੰ ਲਾਭ ਨਜ਼ਰ ਆਉਂਦਾ ਹੈ। ਅੱਜ ਕੱਲ੍ਹ ਰਿਸ਼ਤੇ ਨਾਤੇ ਵੀ ਸਾਡੇ ਇਸੇ ਚੀਜ਼ 'ਤੇ ਅਟਕ ਗਏ ਹਨ, ਸਵਾਰਥ 'ਤੇ, ਲਾਭ 'ਤੇ,
ਸਾਡੇ ਰਿਸ਼ਤੇ ਅਟਕੇ। ਜਿੱਥੋਂ ਸਾਨੂੰ ਲੱਗਦਾ ਹੈ ਕੁਝ ਲਾਭ ਹੈ ਉੱਥੇ ਸਾਂਝ ਪਾ ਲਵੋ, ਤੇ ਜਿੱਥੋਂ ਲੱਗਦਾ ਹੈ ਨਹੀਂ ਕੁਝ ਮਿਲਣਾ ਉੱਥੋਂ ਸਾਂਝ ਲੋਕ ਤੋੜ ਵੀ ਦਿੰਦੇ। ਹਰ ਰਿਸ਼ਤਾ ਮਾਤਾ ਪਿਤਾ ਦਾ ਵੀ ਭਾਵੇਂ ਬੱਚੇ ਦੇ ਨਾਲ ਰਿਸ਼ਤਾ ਹੈ। ਕਿੰਨੀਆਂ ਥਾਵਾਂ ਤੇ ਅਸੀਂ ਵੇਖਦੇ ਹਾਂ ਜੀ ਬੱਚੇ ਨੂੰ ਬੇਦਖਲ ਕਰ ਦਿੱਤਾ ਗਿਆ। ਕਿਉਂਕਿ ਉਹ ਮਾਤਾ ਪਿਤਾ ਨੂੰ ਲੱਗਦਾ ਹੈ ਇਹ ਸਾਡੇ ਕਹਿਣੇ ਦੇ ਵਿੱਚ ਨਹੀਂ ਹੈ, ਇਹਦੇ ਤੋਂ ਸਾਨੂੰ ਕੀ ਸੁੱਖ ਮਿਲ ਰਿਹਾ ਹੈ, ਤੇ ਦਿਨ ਰਾਤ ਉਲਾਮੇ ਆਉਂਦੇ, ਦੁੱਖ ਮਿਲਦੇ ਨੇ, ਕਰ ਦੇਵੋ ਇੱਦਾਂ ਦੀ ਔਲਾਦ ਨੂੰ ਬੇਦਖਲ, ਲਾਂਭੇ ਕਰ ਦਿਓ। ਤੇ ਕਿਸੇ ਜਗ੍ਹਾ ਤੇ ਬੱਚੇ ਮਾਂ ਪਿਓ ਦੇ ਨਾਲ ਮਾੜਾ ਵਿਹਾਰ ਕਰਦੇ ਨੇ ਕਿ ਹੁਣ ਇਹਨਾਂ ਤੋਂ ਕੀ ਮਿਲਣਾ ਹੈ, ਰੋਜ਼ ਦਾ ਖਰਚਾ ਹੀ ਹੈ, ਬਿਮਾਰੀਆਂ ਦਾ, ਸਿਰ ਦਰਦੀ, ਝਗੜਾ, ਇਹਦੇ ਨਾਲੋਂ ਚੰਗਾ ਇਹਨਾਂ ਨੂੰ ਲਾਂਭੇ ਕਰ। ਸਵਾਰਥੀ ਬਿਰਤੀ ਇੱਕ ਨਹੀਂ, ਅਸਲ 'ਚ ਬਿਰਤੀਆਂ ਦੋਵਾਂ ਪਾਸੇ ਦੀਆਂ ਸਵਾਰਥੀ ਹੁੰਦੀਆਂ ਹਨ। ਅਸੀਂ ਧੀ ਪੁੱਤਰ ਦਾ ਰਿਸ਼ਤਾ ਕਰਦੇ ਹਾਂ ਕਿ ਇੱਕੋ ਪਾਸੇ ਦਾ ਸਵਾਰਥ ਹੁੰਦਾ ਹੈ ਕਿ ਲੜਕੇ ਵਾਲੇ ਹੀ ਚਾਹੁੰਦੇ ਹਨ ਦਾਜ ਸਾਨੂੰ ਚਾਹੀਦਾ ਹੈ, ਲੜਕੀ ਵਾਲੇ ਨਹੀਂ ਚਾਹੁੰਦੇ ਹਨ ਕਿ ਸਾਨੂੰ ਉੱਦਾਂ ਦਾ ਕੋਈ ਘਰ ਲੱਭੇ ਜਿਹੜੇ ਘਰ 'ਚ ਸਾਡੀ ਧੀ ਜਾਵੇ ਤੇ ਹਰ ਸੁੱਖ ਸਾਧਨ, ਸ਼ਾਨੋ ਸ਼ੌਕਤ ਉਹਦੇ ਲਈ ਪਹਿਲਾਂ ਮੌਜੂਦ ਹੋਵੇ। ਕਿ ਉਹਨਾਂ ਦੀ ਬਿਰਤੀ ਵਪਾਰੀ ਨਹੀਂ ਹੈ। ਹਾਂ, ਇੱਕ ਪਾਸੇ ਨੂੰ ਬਲੇਮ ਬਹੁਤਾ ਦਿੱਤਾ ਜਾਂਦਾ ਹੈ ਕਿਉਂਕਿ ਉਸ ਪੱਖ ਦਾ ਲੋਭ ਬਹੁਤ ਜ਼ਿਆਦਾ ਵੱਧ ਗਿਆ ਤੇ ਸਮਾਜ ਅੰਦਰ ਇੱਦਾਂ ਦੀਆਂ ਘਟਨਾਵਾਂ ਵਰਤੀਆਂ ਕਿ ਉਹ ਪੱਖ ਬਹੁਤ ਬਦਨਾਮ ਹੋ ਗਿਆ ਲੜਕੇ ਵਾਲਾ। ਹਾਲਾਂਕਿ ਲੜਕੇ ਤੇ ਲੜਕੀਆਂ ਦੋਵੇਂ ਸਾਡੇ ਹੀ ਘਰਾਂ 'ਚ ਹੁੰਦੀਆਂ ਨੇ। ਜਦੋਂ ਲੜਕੇ ਦਾ ਵਿਆਹ ਕਰਨਾ ਉਦੋਂ ਨਜ਼ਰੀਆ ਹੋਰ, ਜਦੋਂ ਧੀ ਦਾ ਵਿਆਹ ਕਰਨਾ ਉਦੋਂ ਨਜ਼ਰੀਆ ਹੋਰ। ਲੋਭ ਦੋਵਾਂ ਥਾਵਾਂ ਤੇ, ਸਵਾਰਥ, ਲੋਭ, ਲਾਲਚ, ਇਹ ਸਾਡੇ ਰਿਸ਼ਤਿਆਂ ਦੇ ਵਿੱਚ ਵੀ ਹਾਵੀ ਹੋ ਚੁੱਕਿਆ ਹੈ। ਕਬੀਰ ਸਾਹਿਬ ਕਹਿੰਦੇ ਜੇ ਪਤਾ ਹੀ ਨਹੀਂ ਹੈ ਕਿ ਇਹ ਧਰਮ ਕਮਾਉਣਾ ਜੀਵਨ ਦੇ ਲਈ ਜ਼ਰੂਰੀ ਹੈ, ਮਨੁੱਖ ਧਰਮ ਕਿੱਦਾਂ ਕਮਾ ਸਕਦਾ? ਨਹੀਂ ਧਰਮ ਕਮਾਵੇਗਾ। ਸੋ ਕਬੀਰਾ ਜਹਾਂ ਗਿਆਨ ਤਹ ਧਰਮ ਹੈ, ਜਿੱਥੇ ਗਿਆਨ ਸਮਝ ਸੂਝ ਬੂਝਤਾ ਹੈ ਉੱਥੇ ਹੈ ਧਰਮ। ਫਰਜ਼ਾਂ ਦੇ ਪ੍ਰਤੀ ਅਵੇਅਰਨੈਸ ਹੈ ਤੇ ਬੰਦਾ ਫਰਜ਼ ਨਿਭਾਉਂਦਾ ਹੈ। ਜਿਹਨੂੰ ਜਾਗਰਤੀ ਪਤਾ ਹੀ ਨਹੀਂ ਹੈ ਕਿ ਜਿਵੇਂ ਨਿਯਮ ਹਨ ਕਿ ਖੱਬੇ ਹੱਥ ਚੱਲਣਾ, ਜਿਹਨੂੰ ਪਤਾ ਹੀ ਨਹੀਂ ਉਹ ਕਿੱਦਾਂ ਚੱਲੇਗਾ। ਜਿਹਨੂੰ ਹੋਰ ਦੂਜੇ ਤੀਜੇ ਨਿਯਮਾਂ ਦਾ ਪਤਾ ਹੀ ਨਹੀਂ, ਇਸੇ ਕਰਕੇ ਹੁਣ ਗੌਰਮੈਂਟ ਵੱਲੋਂ ਨਿਯਮ ਬਣਾਏ ਜਾਂਦੇ ਹਨ। ਆਪਾਂ ਸੜਕ ਤੇ ਰੋਡ ਤੇ ਚੱਲਦੇ ਹਾਂ, ਇਹ ਨਿਯਮ ਹੈ, ਉਹਨਾਂ ਨਿਯਮਾਂ ਦੇ ਮੁਤਾਬਕ ਚੱਲਣਾ ਪੈਂਦਾ। ਪਰ ਨਾਲ ਦੀ ਨਾਲ ਉਹਨਾਂ ਚੀਜ਼ਾਂ ਦੀ ਅਵੇਅਰਨੈਸ ਦੇ ਲਈ ਪ੍ਰਚਾਰ ਪ੍ਰਸਾਰ ਵੀ ਹੁੰਦਾ ਹੈ ਕਿ ਇਹ ਚੀਜ਼ਾਂ ਫੋਲੋ ਕਰੋ। ਜੇ ਪ੍ਰਚਾਰ ਨਹੀਂ ਹੋਏਗਾ ਤੇ ਫਿਰ ਪਤਾ ਕਿੱਦਾਂ ਲੱਗੇਗਾ, ਤੇ ਫਿਰ ਉਹ ਨਿਯਮ ਲੋਕ ਪਾਲ ਕਿੱਦਾਂ ਸਕਦੇ ਹਨ। ਕਬੀਰ ਸਾਹਿਬ ਕਹਿੰਦੇ ਧਰਮ ਪ੍ਰਤੀ ਪਹਿਲਾਂ ਗਿਆਨ, ਧਰਮ ਦੀ ਕੀ ਜ਼ਿੰਦਗੀ ਦੇ ਅੰਦਰ ਜ਼ਰੂਰਤ ਹੈ ਉਹਦੀ ਸਮਝ ਹੋਣੀ ਜ਼ਰੂਰੀ ਹੈ, ਫਿਰ ਮਨੁੱਖ ਧਰਮ ਕਮਾਉਂਦਾ ਹੈ। ਉਹ ਕਹਿੰਦੇ ਜਿੱਥੇ ਗਿਆਨ ਹੈ ਉੱਥੇ ਧਰਮ ਹੈ, ਜਿੱਥੇ ਅਗਿਆਨਤਾ ਹੋਵੇਗੀ ਉੱਥੇ ਧਰਮ ਨਹੀਂ ਹੋਏਗਾ, ਉੱਥੇ ਭਰਮ ਹੋਏਗਾ। ਇਹ ਚੀਜ਼ ਸਮਝਣ ਵਾਲੀ ਹੈ। ਬਹੁਤ ਸਾਰੇ ਕਰਮ ਐਸੇ ਨੇ ਜਿਨ੍ਹਾਂ ਨੂੰ ਅਸੀਂ ਧਰਮ ਸਮਝਦੇ ਹਾਂ ਪਰ ਅਸਲ ਦੇ ਵਿੱਚ ਉਹ ਧਰਮ ਨਹੀਂ ਹੈ। ਅਸੀਂ ਕਿਉਂ ਧਰਮ ਸਮਝ ਰਹੇ ਹਾਂ? ਕਿਉਂਕਿ ਸਾਨੂੰ ਗਿਆਨ ਨਹੀਂ ਹੈ, ਅਸੀਂ ਅਗਿਆਨਤਾ 'ਚ ਹਾਂ। ਕਿੰਨੇ ਤਰ੍ਹਾਂ ਦੀ ਲੋਕ ਬਾਹਰ ਦੀ ਪੂਜਾ 'ਚ ਲੱਗੇ ਰਹਿੰਦੇ, ਵਹਿਮ ਭਰਮ ਕਮਾਉਂਦੇ, ਸੋਚਦੇ ਨੇ ਇਹ ਧਰਮ ਹੈ। ਸ਼ਾਇਦ ਇਹਦੇ ਨਾਲ ਸਾਡਾ ਕੁਝ ਸਵਰ ਸਕਦਾ ਹੈ। ਕਿੰਨੀਆਂ ਹੱਥਾਂ ਦੇ ਉੱਤੇ ਲੋਕਾਂ ਨੇ ਉਹ ਧਾਗੇ ਬੰਨੇ ਹੁੰਦੇ ਹਨ, ਸੋਚਦੇ ਅਸੀਂ ਪਤਾ ਨਹੀਂ ਕਿੰਨਾ ਕੁ ਧਰਮ ਵਾਲਾ ਕੰਮ ਕਰ ਰਹੇ ਹਾਂ। ਅਸਲ ਦੇ ਵਿੱਚ ਉਹ ਭਰਮ ਹੈ। ਤੇ ਭਰਮ ਤੇ ਧਰਮ ਨੂੰ ਸਮਝਣ ਦੇ ਲਈ ਗਿਆਨ ਦਾ ਹੋਣਾ ਜ਼ਰੂਰੀ ਹੈ। ਜੇ ਅਗਿਆਨ ਹੋਵੇਗਾ ਤੇ ਫਿਰ ਧਰਮ ਨੂੰ ਸਮਝ ਨਹੀਂ ਸਕਦੇ ਹਨ। ਕਬੀਰਾ ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤਹ ਪਾਪ। ਕਬੀਰ ਜੀ ਕਹਿੰਦੇ ਜਿੱਥੇ ਝੂਠ ਹੈ, ਝੂਠ ਦੇ ਪਰਦੇ ਪਿੱਛੇ ਜ਼ਰੂਰ ਕੋਈ ਨਾ ਕੋਈ ਪਾਪ ਹੈ। 99% ਝੂਠ ਦੇ ਪਿੱਛੇ ਪਾਪੀ ਬਿਰਤੀ ਹੁੰਦੀ। ਹਾਂ, ਕੋਈ ਇੱਕ ਅੱਧ ਇੱਦਾਂ ਦੀ ਘਟਨਾ ਹੋਵੇ ਜਦੋਂ ਕਿਸੇ ਦਾ ਪਰਦਾ ਢੱਕਣ ਦੇ ਲਈ ਕਿਸੇ ਦੀ ਮਨੁੱਖ ਝੂਠ ਬੋਲ ਦੇਵੇ, ਗੱਲ ਵੱਖਰੀ ਹੈ। ਪਰ ਬਹੁਤਾਤ ਰੂਪ ਦੇ ਵਿੱਚ ਝੂਠ ਲੋਕ ਕਦੋਂ ਬੋਲਦੇ ਨੇ? ਆਪਣੇ ਗੁਨਾਹ ਨੂੰ ਲੁਕਾਉਣ ਦੇ ਲਈ, ਪਾਪ ਨੂੰ ਲੁਕਾਉਣ ਦੇ ਲਈ ਜਾਂ ਪਾਪ ਕਰਨ ਦੇ ਲਈ ਝੂਠ ਬੋਲਿਆ ਜਾਂਦਾ ਹੈ। ਉੱਥੇ ਕੋਈ ਇੱਕ ਅੱਧ ਘਟਨਾ ਹੁੰਦੀ ਹੈ ਜਦੋਂ ਕਿਧਰੇ ਬੰਦਾ ਕਿਸੇ ਦੇ ਭਲੇ ਦੇ ਲਈ ਝੂਠ ਬੋਲਦਾ ਹੈ। ਨਹੀਂ ਤੇ ਬਹੁਤਾਤ ਜਹਾਂ ਝੂਠ ਹੈ ਤੈ ਪਾਪ, ਪਾਪੀ ਬਿਰਤੀ ਹੋਵੇਗੀ, ਪਾਪੀ ਸੁਭਾਅ ਹੋਵੇਗਾ। ਬੰਦਾ ਵਾਰ-ਵਾਰ ਝੂਠ ਬੋਲੇਗਾ, ਝੂਠ ਨੂੰ ਲੁਕਾਉਣ ਦੇ ਲਈ ਝੂਠ ਬੋਲੇਗਾ, ਝੂਠ ਨੂੰ ਸਾਬਤ ਕਰਨ ਦੇ ਲਈ ਝੂਠ ਬੋਲੇਗਾ।
अगे कबीर साहब कहते जहाँ लोभ तैं काल है, जहाँ खिमा तह आप। जिथे लालच है उथे काल है। काल का मतलब है समा, भी काल का मतलब है, पर इत्थे काल का मतलब है मौत। तो एक नज़रिया आपां संसारी तौर पर भी वेखीए, जदों लोभ बहुत वध जाता है तो वह लालच करके झगड़ा पैंदा है। जी बच्ची नूं दहेज का लालच पूरा नहीं होया तो साड़ दिता गया, की सी लालच, तो वह लालच मौत तक गल लै पहुँचिया। जमीनां जायदादां करके झगड़े हुंदे ने, की हुंदा है, थोड़ा थोड़ा लालच हुंदा है, लालच करके झगड़ा हो गया ते झगड़े करके वड्डा हादसा वरत गया। एक मर गया, एक दी जेल च जिंदगी लंघ गई ते दोवां पासियां दी जिंदगियां रुल गईयां, परिवार रुल गए। किन्नियां जंगां संसार अंदर होईयां ने केवल लोभ करके, जिस लोभ करके एक दूजे नूं मारिया गया, कतल किया गया, खून दियां नदियां बहाईयां गईयां। कबीर साहब कहंदे जहाँ लोभ तैं काल है, जिथे लोभ होवेगा उथे मौत है। जे साडे मन अंदर लोभ भरिया है, समझो असी आत्मक मौते मर चुके हाँ। क्योंकि गंगू ने साहिबजादियां दी माता गुजरी दी खबर जाके दिती है मुगलों के कोल मरिंडे थाने च। की सी लोभ, लोभ ने आत्मक मौते मार दिता। लोभ ने चंगे ते माड़े दी पहचान वाली जिहड़ी सुरत मत सी उहदे ते पर्दा पा दिता। पख अपख सब खाए लोभी। महाराज कहंदे जदों लालच सुरत ते हावी हुंदा है, फिर बंदा भुल जाता है कौन मेरा मित्र है। लोग लालच करके भरावां दे नाल गदारियां करते हैं, मित्रां दे नाल गदारियां करते हैं, लालच करके, लोभ करके। अपने राजनीति च की हुंदा है, लालच करके एक दूजे नूं कतल तक किया जाता है। लालच, कबीर साहब कहंदे जिथे लालच है उथे बर्बादी, जे उथे मौत है। ते जहाँ खिमा तह आप, जिथे खिमा वाला सुभाव उथे समझो रब आप वरत रहा है। वो सुभाव शांत सुभाव है, खिमा वाला सुभाव, बख्श देण वाला सुभाव। खिमा एक बहुत वड्डा गुण है, बहुत वड्डा गुण है। पर खिमा भी वेखो, खिमा दा गुण जे बंदा ताकत वाला है वो कवे मैं हाँ माफ़ कर दिता, गल शोभती है। एक विद्वान दे बड़े प्यारे बोल हैं कि खिमा शोभती है उस भयंग को जिसके दांत जहर हो, जिसके दांत जहर ना हो वो खिमा क्या करेगा। बंदा ताकत वाला है, हाँ दूजे नूं बख्श रहा है, मन्निया गया, हाँ उहदे कोल ताकत सी फिर भी बख्श दिता। ते जिहदे अपने पल्ले कुछ ना होवे ते कवे असी बख्श दिता, उहने उहदा बख्शना की बख्शना। सो खिमा दा गुण कबीर साहब कहंदे बहुत वड्डा गुण, जिहड़े हिरदे च खिमा वाली बिरती है, जिहड़ा दूजे दे अवगुणां नूं नहीं चितारदा है, दूजे दे ऐब नहीं फरोलदा है। परमात्मा खिमा निधान है, अवगुण को ना चितारदा, गल सेती लायक। असी किन्ने गुनाह पाप करदे हाँ, पर महाराज कहंदे उहदा बिरद वेखो, दीन दयाल दया निध, दोखन देखत है पर देत ना हारे। गुनाह वो साडे सारे विंदा, सानू फिर भी रिजक बख्श रहा है। किन्ना खिमा वाला सुभाव है। असी ते ऐसे अपराधी हाँ कि जिन्हें जिंद आत्मा शरीर दिता, उहदी भाओ भगत नहीं साध दे, पर वो फिर भी सानू रिजक दे रहा, सुख दे रहा है। किन्ना कुछ मालक सानू बख्शदा है। महाराज कहंदे जहाँ खिमा तैं आप। अगे कबीर साहब 156 नंबर सलोक च फरमान करते हैं, हंकार की गल ये उन्होंने की है। कबीर माया तजी तां क्या भया, जो मान तजिया नहीं जाए। कबीर साहब कहते किसी ने माया छड्ड दिती, की हो गया जे माया का मान नहीं छड्डिया है। माया का पिछले सलोकां च भी ये इदां दियां रलदियां मिलदियां विचारां आईयां सन कि की हुंदा है। सब तो वड्डी गल है मन की पकड़ की गल। बैठे सन 2-3 महात्मा ते अपनी अपनी वडियाई करन लग पे। एक कहन लगा मैं बहुत वड्डा त्यागी हाँ। क्यों? क्योंकि मैं हज़ारां दा त्याग करके आया हाँ, हज़ारां दा त्याग।
ਦੂਜਾ ਕਹਿਣ ਲੱਗਾ ਮੈਂ ਤੇਰੇ ਤੋਂ ਵੱਡਾ ਤਿਆਗੀ, ਤੂੰ ਹਜ਼ਾਰਾਂ ਛੱਡ ਕੇ ਆਇਆ, ਮੈਂ ਲੱਖਾਂ ਦਾ ਤਿਆਗ ਕਰਕੇ ਆਇਆ, ਮੈਂ ਤੇਰੇ ਤੋਂ ਵੱਡਾ ਤਿਆਗੀ ਹਾਂ, ਮੈਂ ਲੱਖਾਂ ਦਾ ਤਿਆਗੀ ਹਾਂ। ਤੀਜਾ ਦੋਵਾਂ ਦੀ ਗੱਲ ਕੱਟ ਕੇ ਕਹਿਣ ਲੱਗਾ ਮੈਂ ਤੁਹਾਡੇ ਦੋਵਾਂ ਤੋਂ ਵੱਡਾ ਤਿਆਗੀ ਹਾਂ, ਕਿਉਂਕਿ ਮੈਂ ਕਰੋੜਾਂ ਦਾ ਤਿਆਗ ਕਰਕੇ ਆਇਆ ਹਾਂ। ਤੇ ਚੌਥਾ ਕੋਈ ਭਲਾ ਸੀ, ਸਮਝ ਵਾਲਾ ਸੀ, ਕਹਿਣ ਲੱਗਾ ਕੀ ਛੱਡਿਆ ਤੁਸੀਂ? ਉਹ ਪਕੜ ਤੇ ਅਜੇ ਵੀ ਤੁਹਾਡੇ ਮਨ ਅੰਦਰ ਉਸੇ ਤਰ੍ਹਾਂ ਬਣੀ ਹੈ। ਜਦੋਂ ਹਜ਼ਾਰਾਂ ਕੋਲ ਸਨ ਉਦੋਂ ਇਸ ਗੱਲ ਦਾ ਹੰਕਾਰ ਕਿ ਮੈਂ ਹਜ਼ਾਰਾਂ ਦਾ ਮਾਲਕ ਹਾਂ। ਜਦੋਂ ਲੱਖਾਂ ਕੋਲ ਸਨ ਇਸ ਗੱਲ ਦਾ ਹੰਕਾਰ ਕਿ ਮੈਂ ਲੱਖਾਂ ਪਤੀ ਹਾਂ। ਜਦੋਂ ਕਰੋੜਾਂ ਕੋਲ ਸਨ ਤੇ ਇਸ ਗੱਲ ਦਾ ਹੰਕਾਰ ਕਿ ਮੈਂ ਕਰੋੜਾਂ ਦਾ ਮਾਲਕ ਅੱਜ ਛੱਡੇ ਹਨ। ਤੇ ਅੱਜ ਹੰਕਾਰ ਮੈਂ ਹਜ਼ਾਰਾਂ ਦਾ ਤਿਆਗੀ, ਮੈਂ ਲੱਖਾਂ ਦਾ ਤਿਆਗੀ, ਮੈਂ ਕਰੋੜਾਂ ਦਾ ਤਿਆਗੀ। ਤਿਆਗਿਆ ਕੀ ਹੈ? ਮਨ 'ਚ ਹੰਕਾਰ ਪਹਿਲਾਂ ਸੀ, ਮਨ 'ਚ ਹੰਕਾਰ ਹੁਣ ਹੈ। ਜਿਹੜਾ ਹੰਕਾਰ ਛੱਡਣਾ ਸੀ ਉਹ ਹੰਕਾਰ ਤੇ ਅਜੇ ਵੀ ਉਸੇ ਤਰ੍ਹਾਂ ਬਣਿਆ ਹੋਇਆ, ਉਹ ਹੰਕਾਰ ਤਾਂ ਅਜੇ ਵੀ ਨਹੀਂ ਛੱਡਿਆ। ਔਰ ਵੇਖੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇੱਕ ਦੁਨੀਆਦਾਰ ਮਨੁੱਖ ਹੰਕਾਰੀ ਹੋਵੇ ਮੰਨਿਆ ਜਾ ਸਕਦਾ ਹੈ, ਕਿਉਂਕਿ ਉਹ ਤਾਂ ਹੈ ਹੀ ਦੁਨੀਆਦਾਰ ਹੈ। ਤੇ ਦੁਨੀਆਦਾਰੀ ਤੇ ਖੜੀ ਹੀ ਵਿਕਾਰਾਂ ਦੇ ਉੱਪਰ ਹੈ। ਲੋਭ ਤੇ ਖੜੀ ਹੈ, ਹੰਕਾਰ ਤੇ ਖੜੀ ਹੈ, ਕ੍ਰੋਧ ਤੇ ਖੜੀ ਹੈ, ਦੁਨੀਆਦਾਰੀ ਹੈ। ਦੁਨੀਆਦਾਰੀ 'ਚ ਲੋਕ ਕਹਿੰਦੇ ਨੇ ਕਾਰੋਬਾਰ 'ਚ ਜੀ ਸਾਰਾ ਕੁਝ ਚੱਲਦਾ ਹੈ। ਹੁਣ ਇੱਕ ਦੁਨੀਆਦਾਰ ਮਨੁੱਖ ਹੰਕਾਰੀ ਹੋਵੇ, ਲਾਲਚੀ ਹੋਵੇ, ਮੰਨਿਆ ਜਾ ਸਕਦਾ ਉਹਦਾ ਵਾਹ ਦੁਨੀਆਦਾਰੀ ਦੇ ਨਾਲ ਪੈਂਦਾ ਪਿਆ। ਪਰ ਮਹਾਰਾਜ ਕਹਿੰਦੇ ਜੇ ਇੱਕ ਧਰਮ ਦੇ ਪਰਮੇਸ਼ਰ ਦੇ ਰਸਤੇ ਤੇ ਤੁਰਨ ਵਾਲਾ ਬੰਦਾ ਵੀ ਲਾਲਚੀ ਹੈ, ਹੰਕਾਰੀ ਹੈ, ਤੇ ਫਿਰ ਕਹਿਣਾ ਪਵੇਗਾ ਕਿ ਇਹ ਬਹੁਤ ਪਿੱਛੇ, ਇਹ ਤੇ ਦੁਨੀਆਦਾਰ ਤੋਂ ਵੀ ਪਿੱਛੇ। ਇਸੇ ਕਰਕੇ ਉਹਨਾਂ ਨੇ ਜਿੱਥੇ ਆਵਾਜ਼ ਮਾਰੀ ਕਹਿਣ ਲੱਗੇ ਸਾਧੋ ਮਨ ਕਾ ਮਾਣ ਤਿਆਗੋ। ਆਪਣੇ ਆਪ ਨੂੰ ਧਰਮੀ ਕਹਾਉਣ ਵਾਲਿਓ ਮਨ ਦਾ ਹੰਕਾਰ ਅਭਿਮਾਨ ਛੱਡੋ, ਕਿਉਂਕਿ ਝੁਕਣ ਦੇ ਨਾਲ ਕੋਈ ਨੀਵਾ ਨਹੀਂ ਹੁੰਦਾ ਹੈ। ਦਰਖਤ ਝੁਕਦਾ ਕਿਹੜਾ ਹੈ? ਜਿਹੜਾ ਫਲਦਾ ਹੈ। ਜਿਹੜਾ ਫਲਿਆ ਨਹੀਂ ਹੈ ਉਹ ਤੇ ਆਕੜਿਆ ਰਹਿੰਦਾ, ਉਹਦੇ ਤੇ ਟਾਣੇ ਉੱਪਰ ਹੀ ਰਹਿੰਦੇ ਹਨ। ਜਿਹੜਾ ਫਲਦਾ ਹੈ ਉਹੀ ਝੁਕਦਾ। ਮਹਾਰਾਜ ਕਹਿੰਦੇ ਧਰ ਤਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ। ਤੱਕੜੀ ਦੇ ਦੋਵਾਂ ਪਾਸੇ ਸਮਾਨ ਪਾ ਕੇ ਤੋਲੋ, ਜਿਹੜਾ ਪਾਸਾ ਭਾਰਾ ਹੋਵੇਗਾ ਉਹੀ ਪਾਸਾ ਨਿਵੇਗਾ। ਇਸ ਕਰਕੇ ਮਤ ਸਮਝੋ ਕਿ ਨਿਵਣ ਦੇ ਨਾਲ ਕੀਮਤ ਘਟ ਜਾਂਦੀ ਹੈ। ਨਿਵਦਾ ਉਹ ਹੈ ਜਿਹੜਾ ਜ਼ਿਆਦਾ ਕੀਮਤ ਵਾਲਾ, ਜ਼ਿਆਦਾ ਭਾਰ ਵਾਲਾ ਹੈ। ਆਪਸ ਕੋ ਜੋ ਜਾਣੈ ਨੀਚਾ ਸੋ ਗਣੀਆਂ ਸਭ ਤੇ ਉੱਚਾ। ਗੁਰੂ ਕਹਿੰਦੇ ਜੇ ਤੇਰੇ ਜੀਵਨ 'ਚ ਨਿਮਰਤਾ ਗਰੀਬੀ ਹੈ ਤੂੰ ਬਹੁਤ ਉੱਚਾ ਹੈ, ਬਹੁਤ। ਤੈਨੂੰ ਕਿਸੇ ਨੂੰ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੈ, ਦੱਸਣ ਦੀ ਜ਼ਰੂਰਤ ਨਹੀਂ ਹੈ ਮੈਂ ਉੱਚਾ ਹਾਂ। ਤੇਰੇ ਗੁਣ ਤੈਨੂੰ ਉੱਚਾ ਬਣਾਉਂਦੇ ਪਏ ਨੇ, ਤੇਰੀ ਚੰਗਿਆਈ ਤੈਨੂੰ ਉੱਚਾ ਬਣਾਉਂਦੀ ਪਈ ਹੈ। ਪਰ ਕਬੀਰ ਸਾਹਿਬ ਕਹਿੰਦੇ ਹੁੰਦਾ ਕੀ ਆ, ਲੋਕ ਮਾਇਆ ਛੱਡ ਕੇ ਤਿਆਗੀ ਬਣ ਜਾਂਦੇ ਹਨ ਪਰ ਮਾਇਆ ਦੀ ਪਕੜ ਨਹੀਂ ਛੁੱਟਦੀ ਹੈ, ਮਾਇਆ ਦਾ ਹੰਕਾਰ ਨਹੀਂ ਛੱਡਦਾ। ਤਿਆਗੀ ਬਣ ਕੇ ਵੀ ਉਹ ਝਗੜਦੇ ਰਹਿੰਦੇ ਹਨ ਕਿ ਮੈਂ ਤੇਰੇ ਤੋਂ ਵੱਡਾ ਤਿਆਗੀ, ਤੇ ਦੂਜਾ ਕਹਿੰਦਾ ਮੈਂ ਵੱਡਾ ਤਿਆਗੀ। ਉਹ ਫਿਰ ਇਸ ਚੀਜ਼ ਦੇ ਝਗੜਿਆਂ 'ਚ ਪੈ ਜਾਂਦੇ ਨੇ। ਇਸ ਕਰਕੇ ਇਹ ਨਹੀਂ ਕਿ ਦੁਨੀਆਦਾਰ ਹੀ ਝਗੜਦੇ ਨੇ, ਇੱਥੇ ਜਿਹੜੇ ਆਪਣੇ ਆਪ ਨੂੰ ਸਾਧੂ, ਤਿਆਗੀ, ਮਹਾਤਮਾ ਅਖਵਾਉਣ ਵਾਲੇ ਨੇ ਉਹ ਵੀ ਬੜੇ ਝਗੜਦੇ ਨੇ। ਤੇ ਬੜੇ ਵੈਸੇ ਵੀ ਆਪਾਂ ਵੇਖ ਲਈਏ ਕਿੰਨੇ ਐਸੇ ਬਾਬਿਆਂ ਦੇ ਡੇਰੇ ਨੇ ਜਿਨ੍ਹਾਂ ਦੇ ਕੇਸ ਕੋਰਟਾਂ ਕਚਹਿਰੀਆਂ ਦੇ ਵਿੱਚ ਚੱਲ ਰਹੇ ਨੇ ਕਬਜ਼ਿਆਂ ਨੂੰ ਲੈ ਕੇ। ਇੱਕ ਪਾਸੇ ਉਹਨਾਂ ਨੇ ਘਰ ਛੱਡ ਦਿੱਤਾ ਜੀ ਅਸੀਂ ਤੇ ਤਿਆਗੀ, ਅਸੀਂ ਤਾਂ ਜੀ ਫਕੀਰ, ਪਰ ਦੂਜੇ ਪਾਸੇ ਫੇਰ ਉਸੇ ਤਰ੍ਹਾਂ ਕਬਜ਼ੇ ਨੂੰ ਲੈ ਕੇ ਮਾਰ ਧਾੜ, ਇੱਕ ਦੂਜੇ ਦੇ ਕਤਲ ਹੁੰਦੇ ਨੇ ਤੇ ਕਿੰਨਾ ਕੁਝ ਹੁੰਦਾ ਹੈ। ਜੋ ਚੀਜ਼ ਛੱਡਣੀ ਚਾਹੀਦੀ ਸੀ ਉਹ ਨਹੀਂ ਛੱਡ ਸਕੇ। ਤੇ ਕਬੀਰ ਸਾਹਿਬ ਕਹਿੰਦੇ ਜੇ ਛੱਡ ਹੀ ਨਹੀਂ ਸਕੇ ਤੇ ਫਿਰ ਬਾਹਰ ਦਾ ਪਖੰਡ ਕਰਨ ਦਾ ਲਾਭ ਕੀ ਹੋਇਆ। ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਾ ਜਾਏ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਕਹਿੰਦੇ ਵੱਡੇ ਵੱਡੇ ਰਿਸ਼ੀ ਮੁਨੀ ਮਾਨ ਨੇ ਗਾਲ ਦਿੱਤੇ, ਨਿਗਲ ਦਿੱਤੇ, ਬਰਬਾਦ ਕਰ ਦਿੱਤੇ ਹੰਕਾਰ ਨੇ। ਮਾਨ ਸਭੈ ਕੋ ਖਾਏ। ਕਿੰਨੇ ਲੋਕ, ਸਾਡਾ ਇਤਿਹਾਸ ਪੜ੍ਹ ਕੇ ਵੇਖ ਲਈਏ ਕਿੰਨੇ ਲੋਕ ਐਸੇ ਸਨ, ਹੰਕਾਰ ਆ ਗਿਆ ਤੇ ਗੁਰੂ ਤੋਂ ਦੀਵਾਰ ਬਣ ਗਈ ਤੇ ਟੁੱਟ ਗਏ ਪੈਂਦੇ ਖਾਨ। ਕਿੰਨਾ ਗੁਰੂ ਹਰਗੋਬਿੰਦ ਸਾਹਿਬ ਦੇ ਨੇੜੇ ਸੀ, ਕਿੰਨਾ ਨੇੜੇ ਸੀ,
पर यह हंकार आ गया कि शायद गुरु दा मेरे तो बिना सर नहीं सकता है। हुण वेखो, गुरु नूं कोई फर्क नहीं पैंदा है, रब नूं कोई फर्क नहीं पैंदा। जिवें गुरु महाराज कहंदे ओहदी सिफत असीं करिए ना करिए, रब नूं थोड़ा इहदे नाल फर्क पैना। वो तो वड्डा है तो उहने वड्डे ही रहना है। जे सब मिल के आखण पाहे वड्डा ना होवे घाट ना जाए। जे आपां सारे रल के वड्डा वड्डा कहीए तो फिर ही रब वड्डा नहीं है, वो पहला ही वड्डा है। जे आपां दिन रात रब नूं निंदण लग जावांगे तो वो महाराज कहंदे उहदा भी कोई उहनूं फर्क नहीं पैना है। साडे निंदियां उहने छोटा नहीं हो जाना, बल्कि गुरु अर्जन साहिब कहंदे उहदा सुभाअ जे वो अपनी कुदरत आपे ही वरताउण वाला है। ते जे कदे कदे इदां दा समा भी बनता है कि लोग रब ते भी हाय तौबा करदे कि रब्बा ये तू की कहर वरता दिता। महाराज कहंदे ये भी रब दी अपनी रजा ही हुंदी है। जे उहदी कोई निंदिया भी कर रहा है, वो अपनी निंदिया अपनी रजा दे विच आप ही करा रहा है। सुखमनी साहिब च गुरु महाराज दा बड़ा प्यारा बचन कहंदे, कब हूँ अप कीरत में आवे, कब हूँ भला भला कहावे। कीरत दा मतलब तो है उपमा, अप कीरत दा मतलब की है बदनामी। कब हूँ अप कीरत में आवे, महाराज कहंदे वो आप ही कदे इदां दा माहौल बनाउंदा है ते लोग रब नूं भी निंददे ने, रब बारे भी बड़े शंके किंतु परंतु माड़ा कुछ बोलदे हन। कदे वो आपे ही अपनी कुदरत वरताउंदा है ते सारे रब दीयां वडियाइयां करदे हन, सारे रब दी सिफत करदे हन। कब हूँ भला भला कहावे। कबीर साहब कहंदे, मान मुनि मुनवर गले, मान सबै को खाए। हंकार जीवन नूं बर्बाद कर दिंदा है। इस करके इकल्ला माया छड्डिया गल नहीं बननी, माया दा हंकार छड्डना, अभिमान छड्डना है। अगे आप फरमान करदे, कबीर साचा सतगुर मैं मिलिया, शब्द जो बाहिया एक। कबीर जी कहंदे सानू सच्चा गुरु मिल पिया है, पूरे गुरु का मिलाप हासिल होया है। और गुरु ने शब्द का तीर चलाया है, शब्द का तीर। ते ओ गुरु के शब्द के तीर की बरकत सदका साढ़े जीवन अंदर तब्दीली आई है। वो शब्द गुरु की बरकत सदका, रहमत ते महरामत सदका लागत ही भोए मिल गया, परिया कलेजे शेक। कहंदे उस शब्द का तीर जदों अंदर वजया, उन्हें अंदर शेक कर दिता ते लागत ही भोए मिल गया। वो शब्द का तीर वजदिया वो जड़ा हंकार सी अंदर, वो कहंदे हुण मिट्टी च मिल गया, भाव हंकार खत्म हो गया गुरु दे शब्द की बरकत सदका। आसा दी वार अंदर धन गुरु नानक देव जी महाराज कहंदे ये हौमे दा जिहड़ा रोग है ना, सब तो वड्डा रोग है। जे मानसिक बीमारियां मानसिक रोगां दी गल करिए, हौमै रोग मानुख को दीना, ये बड़ा वड्डा रोग है। पर ला इलाज रोग नहीं है, इहदा इलाज संभव है, इहदे इलाज दे ऑप्शन मौजूद हैं। ये इलाज इस रोग दा कीता जा सकदा जे बंदा उद्यमी होके करना चाहे। वो कहंदे हौमै दीर्घ रोग है, दारू पी इस माहे, किरपा करे जे अपनी ता गुर का शब्द कमाहे। वाहिगुरु किरपा करे मनुख गुरु दे शब्द दी कमाई दे रस्ते ते तुर पवे, ते गुरु के शब्द दी बरकत सदका जिवें जिवें गुरु का शब्द अंदर वरतदा जांदा है, तिवें तिवें अंदरों हौमे निकलदी जांदी, हौमे मुकदी जांदी है। तो फिर एक समा ऐसा बनता है जदों गुरु की रहमत किरपा वरतदी है, अंदर ऐन गरीबी हलीमी ते निमरता बचते हैं, हौमे हंकार जड़ों मुक जाते हैं। कबीर साहब कहंदे गुरु ने किरपा कीती, जीवन च आई तब्दीली, गुरु दे शब्द सदका अंदर दा हंकार हुण मुक चुकिया है, हंकार मिट्टी च मिल चुकिया है। पर बहुत सारे ऐसे भी लोग हैं ਜਿਹੜੇ गुरु कोल ते आ जाते ने, पर हंकार नहीं जाता है, जीवन नहीं बदलता है, जीवन उत्थे दा उत्थे ही खलोता। कईयां दी जिंदगी लंघ जाती है पर मामूली तब्दीली भी उन्हां दे जीवन च नहीं आउंदी है। जिंदगी लंघ जाती है गुरु कोल आउंदियां आउंदियां। उहदा हुण की कारण है, इहदा उत्तर भी कबीर साहब ने फिर दिता है।
ਕਹਿੰਦੇ ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾ ਮੈਂ ਚੂਕ। ਕਹਿੰਦੇ ਪੂਰਾ ਗੁਰੂ ਵੀ ਕੀ ਕਰ ਸਕਦਾ ਹੈ ਜੇ ਸਿੱਖ ਦੇ ਅੰਦਰ ਹੀ ਘਾਟ ਹੋਵੇ। ਵੇਖੋ ਸਾਨੂੰ ਭਾਵੇਂ ਅਸੀਂ ਗੁਰੂ ਦੀ ਗੱਲ ਕਰੀਏ, ਬਾਹਰ ਦੀ ਸਮਾਜ ਦੀ ਅਵੇਅਰਨੈਸ ਦੀ ਗੱਲ ਕਰੀਏ, ਕਿਸੇ ਟੀਚਰ ਦੀ ਗੱਲ ਕਰ ਰਹੀ ਹੈ ਜਿਹੜਾ ਬੱਚਿਆਂ ਨੂੰ ਪੜ੍ਹਾਉਂਦਾ ਹੈ ਜਾਂ ਸਮਝਾਉਂਦਾ ਹੈ, ਜਾਂ ਕੋਚ ਰੱਖਦੇ ਨੇ ਲੋਕ ਕਿਸੇ ਨਾ ਕਿਸੇ ਪੱਖ ਤੋਂ ਆਪਣੇ ਆਪ ਨੂੰ ਡਿਵੈਲਪ ਕਰਨ ਦੇ ਲਈ, ਅੱਗੇ ਵਧਾਉਣ ਦੇ ਲਈ, ਬਦਲਣ ਦੇ ਲਈ। ਦੂਜਾ, ਕਦੋਂ ਸਾਨੂੰ ਬਦਲ ਸਕਦਾ ਹੈ? ਜਦੋਂ ਸਾਡੇ ਆਪਣੀ ਰੁਚੀ ਹੋਵੇ ਕਿ ਅਸੀਂ ਬਦਲਣਾ ਹੈ। ਜੇ ਅਸੀਂ ਆਪਣੇ ਆਪ ਨੂੰ ਆਪ ਬਦਲਣ ਦਾ ਉਦਮ ਨਹੀਂ ਕਰਦੇ, ਜੇ ਆਪਣੇ ਆਪ ਪ੍ਰਤੀ ਸਾਡੀ ਆਪਣੀ ਕਮਿਟਮੈਂਟ ਨਹੀਂ ਹੁੰਦੀ ਕਿ ਅਸੀਂ ਆਪਣੇ ਆਪ ਨੂੰ ਚੇਂਜ ਕਰਨਾ ਹੈ, ਤੇ ਦੁਨੀਆ ਦੀ ਕੋਈ ਤਾਕਤ ਸਾਨੂੰ ਚੇਂਜ ਨਹੀਂ ਕਰ ਸਕਦੀ ਹੈ। ਜਿੰਨੀ ਦੇਰ ਤੱਕ ਅਸੀਂ ਆਪਣੇ ਆਪ ਨੂੰ ਆਪ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ। ਗੁਰੂ ਕੋਲ ਜਿੰਨਾ ਮਰਜ਼ੀ ਬੰਦਾ ਆਈ ਜਾਵੇ, ਪੜ੍ਹੀ ਜਾਵੇ, ਸੁਣੀ ਜਾਵੇ, ਜੇ ਬਦਲਣ ਦੀ ਆਪਣੇ ਆਪ ਨੂੰ ਕੋਸ਼ਿਸ਼ ਨਹੀਂ ਕਰੇਗਾ ਤੇ ਕਿਵੇਂ ਬਦਲੇਗਾ? ਕਬੀਰ ਸਾਹਿਬ ਕਹਿੰਦੇ ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ। ਜੇ ਸਿੱਖ ਦੇ ਅੰਦਰ ਹੀ ਘਾਟ ਹੋਵੇ, ਜੇ ਸਿੱਖ ਹੀ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੇ। ਹੁਣ ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰੂ ਬਹਿੰਦੇ ਨੇ, ਸਿੰਘਾਸਨ ਲਗਾ ਕੇ ਦੀਵਾਨ ਸਜਦੇ ਹਨ, ਤੇ ਦੂਰੋਂ ਨੇੜਿਓਂ ਸ਼ਰਧਾਲੂ ਆਉਂਦੇ ਨੇ, ਗਿਆਨ ਲੈਂਦੇ ਨੇ। ਕਿੰਨਿਆਂ ਦੀਆਂ ਜ਼ਿੰਦਗੀਆਂ ਬਦਲਦੀਆਂ ਨੇ। ਤੇਰੀ ਪਨਾਹ ਮੈਂ ਆਕੇ ਸਭੀ ਦੁੱਖ ਦੂਰ ਹੋਤੇ ਹੈ, ਹਨੇਰੇ में भटकने वाले भी पुरनूर होते हैं, तेरे दर की ये दूर भी अक्सीर है, मेरे सतगुर तेरे हाथों में पत्थर भी कोहिनूर होते हैं। किन्ने ऐसे ने जेड़े गुरु की किरपा सदका कच्चो कंचन भयो शब्द गुर शरवणै सुनियो। सतसंगी आउंदे ने हजूर साहब की धरती ते, गुरु कलगीधर महाराज जी के बचन उपदेश सुनते ने, जीवन बदलता है। उसे संगत दे विच रोज़ गुलखां पठान भी आउंदा है, जिहड़ा गुरु शब्द उपदेश बाकियां नूं सुणाउंदे ने, वो भी रोज़ आउंदा है, गुरु का ज्ञान उपदेश सुनदा है। पर ਉਹਦਾ ਸੰਗਤ ਦੇ ਵਿੱਚ ਆਉਣ ਦਾ ਜਿਹੜਾ ਮਨੋਰਥ ਹੈ ਉਹ ਕੀ ਸੀ ਕਿ ਕਿਸੇ ਦਿਨ ਮੈਂ ਗੁਰੂ ਨੂੰ ਕੱਲਿਆਂ ਵੇਖਾਂਗਾ ਤੇ ਇਹਨਾਂ ਤੇ ਹਮਲਾ ਕਰ ਦੇਵਾਂਗਾ। ਉਹ ਹੁਣ ਉਸ ਭਾਵਨਾ ਦੇ ਨਾਲ ਆਇਆ ਹੀ ਨਹੀਂ ਹੈ ਕਿ ਮੈਂ ਗੁਰੂ ਕੋਲੋਂ ਗਿਆਨ ਲੈ ਕੇ ਆਪਣੀ ਜ਼ਿੰਦਗੀ ਨੂੰ ਬਦਲਣਾ ਹੈ, ਅੰਦਰੋਂ ਦੁਸ਼ਮਣੀ ਤੇ ਵੈਰ ਵਿਰੋਧ ਨੂੰ ਖਤਮ ਕਰਨਾ। ਉਹ ਉਸ ਭਾਵਨਾ ਦੇ ਨਾਲ ਆਇਆ ਹੀ ਨਹੀਂ। ਤੇ ਇੱਕ ਦਿਨ ਸਮਾਂ ਵੇਖਿਆ ਤੇ ਗੁਰੂ ਸਾਹਿਬ ਜੀ ਦੇ ਕਾਇਆ ਤੇ ਸਰੀਰ ਤੇ ਹਮਲਾ ਵੀ ਕਰ ਦਿੱਤਾ। ਹੁਣ ਉਪਦੇਸ਼ ਤੇ ਉਹ ਰੋਜ਼ ਸੁਣਦਾ ਸੀ, ਗਿਆਨ ਤਾਂ ਰੋਜ਼ ਲੈਂਦਾ ਸੀ, ਪਰ ਜੀਵਨ ਬਦਲਦਾ ਕਿਵੇਂ? ਕਿਉਂਕਿ ਉਹਨੇ ਬਦਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਉਹ ਜੀਵਨ ਬਦਲਣ ਦੇ ਮਨੋਰਥ ਦੇ ਨਾਲ ਆਉਂਦਾ ਹੀ ਨਹੀਂ ਸੀ। ਕਬੀਰ ਸਾਹਿਬ ਕਹਿੰਦੇ ਅੰਧੇ ਏਕ ਨਾ ਲੱਗ ਗਈ, ਜੋ ਬਾਂਸ ਬਜਾਈ ਹੈ ਫੂਕ। ਬਾਂਸ ਹੈ, ਵਿਚਕਾਰ ਗੱਠਾਂ ਹਨ, ਇੱਕ ਪਾਸਿਓਂ ਹਵਾ ਮਾਰਾਂਗੇ, ਦੂਜੇ ਪਾਸਿਓਂ ਅਗਲੇ ਪਾਸਿਓਂ ਹਵਾ ਨਹੀਂ ਨਿਕਲ ਸਕਦੀ, ਕਿਉਂਕਿ ਵਿੱਚੋਂ ਤੇ ਬੰਦ ਹੈ, ਵਿੱਚੋਂ ਤੇ ਬੰਦ ਹੈ। ਹੁਣ ਇਧਰੋਂ ਗੁਰੂ ਤੇ ਗਿਆਨ ਉਪਦੇਸ਼ ਬਖਸ਼ਦੇ ਹਨ, ਪਰ ਅੰਦਰ ਤੱਕ ਕਿੱਦਾਂ ਪਹੁੰਚੇ? ਵਿੱਚੋਂ ਤੇ ਅੰਦਰ ਬੰਦ ਹੈ। ਉਹ ਸੁਰਤ, ਉਹ ਭਾਵਨਾ, ਉਹ ਪ੍ਰੇਮ ਤੇ ਉਹ ਪ੍ਰਤੀਤ ਤੇ ਹੈ ਹੀ ਨਹੀਂ ਹੈ ਜਿਹਦੇ ਰਾਹੀਂ ਜੀਵਨ ਬਦਲਣਾ ਸੀ। ਤੇ ਜੇ ਬਿਨਾਂ ਪ੍ਰਤੀਤੀ ਕੂੜੀ ਕੂੜੀ ਅੱਖੀ ਮੀਟ ਦੇ, ਜਿੰਨੀਆਂ ਮਰਜ਼ੀ ਕੋਈ ਅੱਖਾਂ ਮੀਟਦਾ ਰਵੇ, ਜੀਵਨ ਬਦਲ ਨਹੀਂ ਸਕਦਾ, ਕਿਉਂਕਿ ਅਜੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਹੀ ਨਹੀਂ ਹੈ, ਆਪਣੇ ਆਪ ਨੂੰ ਬਦਲਣ ਦਾ ਯਤਨ ਹੀ ਨਹੀਂ ਹੈ। ਉਹ ਕਬੀਰ ਸਾਹਿਬ ਨੇ ਚੰਦਨ ਦੇ ਦਰਖਤ ਦੇ ਕੋਲ ਬਾਂਸ ਦੇ ਦਰਖਤ ਦਾ ਹੋਣਾ ਵੀ ਉਦਾਹਰਣ ਦਿੱਤੀ ਹੈ ਕਿ ਸੁਗੰਧੀ ਤੇ ਬਾਂਸ ਚੰਦਨ ਦੀ ਫੈਲਦੀ ਪਈ ਹੈ। ਬਾਂਸ ਚੰਦਨ ਦੇ ਨੇੜੇ ਹੈ, ਫਿਰ ਵੀ ਚੰਦਨ ਕੈ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ, ਕਿਉਂਕਿ ਉਹ ਹੈ ਹੀ ਉੱਦਾਂ ਦਾ ਹੈ, ਉਹ ਹੈ ਹੀ ਉੱਦਾਂ ਦਾ। ਇਸੇ ਤਰ੍ਹਾਂ ਜਿਹੜੇ ਅੰਦਰ ਤੋਂ ਖੋਖਲੇ ਹਨ, ਜਾਂ ਜਿਹੜੇ ਅੰਦਰ ਤੋਂ ਵਿਸ਼ਿਆਂ ਵਿਕਾਰਾਂ ਦੀਆਂ ਗੰਢਾਂ ਦੇ ਨਾਲ ਬੱਝੇ ਪਏ ਨੇ, ਹੋ ਸਕਦਾ ਉਹ ਕਿੰਨੀ ਵਾਰੀ ਆਉਣ ਤੇ ਕਿੰਨੀ ਵਾਰੀ ਜਾਣ ਤੇ ਗੁਰੂ ਦੀਆਂ ਖੁਸ਼ੀਆਂ ਤੋਂ ਖਾਲੇ ਹੀ ਰਹਿ ਜਾਣ। ਮਹਾਰਾਜ ਦਾ ਇੱਕ ਜਗ੍ਹਾ ਤੇ ਬਚਨ ਹੈ, ਸਤਿਗੁਰ ਕੀ ਪ੍ਰਤੀਤ ਨਾ ਆਈ ਆ। ਪ੍ਰਤੀਤ ਮਤਲਬ ਭਰੋਸਾ ਨਹੀਂ ਹੈ ਗੁਰੂ ਤੇ, ਆਉਂਦਾ ਜ਼ਰੂਰ ਹੈ। ਵੇਖੋ ਗੁਰੂ ਕੋਲ ਆਉਣਾ, ਗੁਰੂ ਦੇ ਬਾਹਰੀ ਦਰਸ਼ਨ ਕਰਨੇ ਵੱਖਰੀ ਗੱਲ ਹੈ, ਪ੍ਰੀਤ ਤੇ ਪ੍ਰਤੀਤ ਦੇ ਨਾਲ ਦਰਸ਼ਨ ਕਰਨੇ ਵੱਖਰੀ ਗੱਲ। ਜੇ ਗੱਲ ਕੇਵਲ ਬਾਹਰੋਂ ਵੇਖਣ ਦੀ ਕਰੀਏ ਤੇ ਵੇਂਦਾ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਉਹ ਜਲਾਦ ਵੀ ਪਿਆ ਹੈ ਜਿਹੜਾ ਸਿਰ ਤੇ ਗਰਮ ਰੇਤਾ ਪਾ ਰਿਹਾ ਹੈ। ਵੇਖਿਆ ਤੇ ਉਸ ਜਲਾਦ ਨੇ ਵੀ ਹੈ,
ਜਿਹਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਿਰ ਧੜ ਤੋਂ ਵੱਖ ਕੀਤਾ। ਪਰ ਹੁਣ ਉਹਦਾ ਨਜ਼ਰੀਆ ਉਹ ਥੋੜਾ ਪ੍ਰਤੀਤ ਵਾਲਾ। ਮਹਾਰਾਜ ਕਹਿੰਦੇ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁਖ ਨਾ ਉਪਜੈ ਭਾਵੇਂ 100 ਗੇੜਾ ਆਓ ਜਾਓ। ਜੇ ਪ੍ਰੀਤ ਪ੍ਰਤੀਤ ਨਹੀਂ ਹੈ 100 ਗੇੜੇ ਵੀ ਗੁਰੂ ਦੇ ਦਰਬਾਰ ਦੇ ਮਾਰ ਲਵੋ ਫਿਰ ਵੀ ਗੱਲ ਨਹੀਂ ਜੇ ਸਵਰ ਸਕਦੀ। ਤੇ ਜੇ ਪ੍ਰੀਤ ਤੇ ਪ੍ਰਤੀਤ ਹੈ, ਜੇ ਵਾਕਿਆ ਗੁਰੂ ਨੂੰ ਐਨ 100% ਆਪਾਂ ਸਮਰਪਿਤ ਹੋ ਗਏ, ਫਿਰ ਤੇ ਮਹਾਰਾਜ ਕਹਿੰਦੇ ਏਕ ਚਿਤ ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਏ। ਬਿਨਾਂ ਪ੍ਰੀਤ ਪ੍ਰਤੀਤ ਤੋਂ ਜਿੰਨਾ ਮਰਜ਼ੀ ਪੜ੍ਹਦੇ ਰਹੀਏ ਸੁਣਦੇ ਰਹੀਏ ਗੱਲ ਨਹੀਂ ਬਣਦੀ। ਤੇ ਜੇ ਪ੍ਰੀਤ ਤੇ ਪ੍ਰਤੀਤ ਦੇ ਨਾਲ ਇੱਕ ਸ਼ਬਦ ਕੀ ਇੱਕ ਅੱਖਰ ਵੀ ਸੁਣ ਲਈਏ ਤੇ ਜੀਵਨ ਉੱਥੇ ਹੀ ਸਫਲ ਹੈ। ਇਹਨੂੰ ਗੁਰੂ ਬਾਣੀ 'ਚ ਕਹਿੰਦੇ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਿਣਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਣੀ ਨਾ। ਗੁਰੂ ਕਿਰਪਾ ਕਰੇ ਉਹ ਪ੍ਰੀਤ ਤੇ ਪ੍ਰਤੀਤ ਵਾਲੀ ਭਾਵਨਾ ਸਾਡੀ ਬਣੇ ਤੇ ਗੁਰੂ ਕੇ ਉਪਦੇਸ਼ ਗਿਆਨ ਹਿਰਦੇ 'ਚ ਵਸਣ, ਜੀਵਨ ਬਦਲ ਜਾਏ, ਗੁਰਮੁਖ ਜੀਵਨ ਦੇ ਧਾਰਨੀ ਬਣੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਕੱਲ੍ਹ ਨੂੰ ਕੱਤਕ ਮਹੀਨੇ ਦੀ ਆਰੰਭਤਾ ਹੋਣੀ ਹੈ, ਸੋ ਸਵੇਰੇ ਸ਼ਾਮ ਦੇ ਦੋਵਾਂ ਵਕਤ ਦੇ ਦੀਵਾਨ ਸੱਜਣੇ ਹਨ। ਕੱਤਕ ਮਹੀਨੇ ਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨਾਂ 'ਚ ਆਪਾਂ ਸਾਂਝੀਆਂ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।